ਇਹਦੇ ਟਾਇਰ 14 ਦੇ ਪਾਏ ਸੀਗੇ ਉਦੋਂ ਤੇ ਬਾਕੀ ਅਗਲੇ ਟਾਇਰ ਵੀ ਇਹਦੇ ਨਵੇਂ ਆ, ਪਾਵਰ ਵੀ ਇਹਨੂੰ ਲੱਗੀ ਆ। ਬਾਕੀ ਸੀਟ ਇਹਦੀ ਜੈਨਮਨ ਆ। ਬਾਕੀ ਇਹਦਾ ਫਰੰਟ ਹਿੱਸੇ ਦਾ ਕੰਮ, ਇੰਜਣ ਦਾ ਕੰਮ, ਗੇਅਰ ਦਾ, ਐਕਸਲ ਦੋਵੇਂ ਇਹਦੇ ਨਵੇਂ, ਗਰਾਰੇ ਇਹਦੇ ਪਹਿਲੇ ਹੀ ਆ। ਬਾਕੀ ਕ੍ਰੋਨ ਵੀਲ ਇਹਦਾ ਨਵਾਂ ਪਾਇਆ ਸੀਗਾ। ਬਾਕੀ ਜਿੰਨੀ ਨਿੱਕੀ ਮੋਟੀ ਸਾਰੀ ਮੇਨਟੇਨੈਂਸ A to Z ਸਾਰੀ ਜਿਹੜੀ ਉਹ ਬਸ ਮਜਬੂਰੀ ਦਾ ਨਾਂ ਸ਼ੁਕਰੀਆ, ਬੰਦਿਆਂ ਨੇ ਆਪਣੇ ਮਾਮਲਾਤ ਨੇ। ਬ੍ਰੇਕਾਂ ਸ਼ਰੇਕਾਂ ਦੇਖ ਲਓ ਵੀ ਆ ਪਲੇਟਾਂ ਸ਼ਲੇਟਾਂ ਇਹਦੀਆਂ ਟੁੱਟ ਗਈਆਂ ਨੇ, ਰੱਸੀਆਂ ਰੁੱਸੀਆਂ ਵਧੀਆਂ ਨੇ, ਮਗਰਾਟ ਆ ਉਹ ਵੀ ਖਤਮ ਹੋ ਗਏ ਨੇ। ਕਿ ਜਿੱਦਾਂ ਕਹ ਲਓ ਕਿ ਟਰੈਕਟਰ ਦੇ ਹਾਲਾਤ ਨੇ ਇਦਾਂ ਹੀ ਬੰਦੇ ਦੇ ਹਾਲਾਤ ਨੇ। ਪਰ ਇਹਦੀ 2347 ਦੀਆਂ ਗਰਾਰੀਆਂ ਪਾਈਆਂ ਨੇ। ਉਹ ਕਿੱਥੋਂ ਲੈਂਦੀਆਂ ਏਡੀਆਂ ਉਹ ਬਸ ਬਣਵਾ ਕੇ ਪਾਈਆਂ ਨੇ। ਸਹੀ ਹੈ। ਹਾਂਜੀ। ਤੇ ਇੰਜਨ ਫਿੱਟ ਹੋ ਗਿਆ ਵਾ? ਇੰਜਨ ਮੁਕੰਮਲ ਇਹਦਾ ਫਿੱਟ ਹੋ ਗਿਆ ਵਾ। ਹੁਣ ਉਸ ਤੋਂ ਬਾਅਦ ਇਹਦੀ ਪਾਵਰ ਦੀ ਲੰਬਾਈ ਜ਼ਿਆਦਾ ਹੋਏਗੀ, ਹੰਡਾਲਕ ਪੈਪ ਥੱਲੇ ਵਾਲੇ ਦੀ ਲੰਬਾਈ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਜਿਹੜਾ ਉਤਲਾ ਪੈਪ ਹੋਏਗਾ ਛੋਟਾ। ਇਹ ਕਿ ਜਿਹੜਾ ਗਰਮੀ ਦਾ ਤਲਕ ਹੁੰਦਾ ਸਲੈਂਸਰ ਦੇ ਨਾਲ ਵੀ ਬਹੁਤ ਜ਼ਿਆਦਾ ਹੁੰਦਾ ਵਾ। ਸਲੈਂਸਰ ਜਿਹੜਾ ਨਾ ਉਹ ਮਸਲਨ ਧੂਆਂ ਬਾਹਰ ਨਾ ਕੱਢੇ ਪੂਰਾ, ਤੇ ਤਾਂ ਵੀ ਇਹ ਸਲੈਂਸਰ ਬੰਦ ਹੋਵੇ ਜਾਂ ਜਾਲੀ ਖਰਾਬ ਹੋਵੇ ਤੇ ਤਾਂ ਵੀ ਟਰੈਕਟਰ ਹੀਟ ਅਪ ਹੁੰਦਾ। ਅੱਛਾ, ਅਸਲਾਮ ਵਾਲੇਕਮ ਦੋਸਤੋ। ਲਓ ਜੀ ਦੋਸਤੋ, ਰੰਧਾਵਾ ਵਲੌਗ YouTube ਚੈਨਲ ਤੇ ਖੁਸ਼ ਆਮਦੀਦ। ਹਾਂਜੀ, ਉਮੀਦ ਕਰਦੇ ਤਮਾਮ ਦੋ ਠੀਕ ਠਾਕ ਹੋਣਗੇ। ਲਓ ਜੀ ਦੋਸਤੋ, ਅਸੀਂ ਮੌਜੂਦ ਹਾਂ ਮਕਰਮ ਟਰੈਕਟਰ ਵਰਕਸ਼ਾਪ ਸ਼ਾਹਕੋਟ ਤੇ ਭਾਈ ਵਸੀਮ ਨੇ ਇੱਕ ਟਰੈਕਟਰ ਫੀਐਟ 480 A to Z ਤਿਆਰ ਕਰ ਛੜਿਆ ਜੇ। ਔਰ ਮਾਡਲ ਤੇ ਕੋਈ ਪੁਰਾਣਾ ਹੀ ਆ ਤੇ ਟਰੈਕਟਰ ਬਿਲਕੁਲ ਨਵਾਂ ਬਣਾ ਛੜਿਆ 0 ਮੀਟਰ। ਬਾਕੀ ਭਾਈ ਵਸੀਮ ਨਾਲ ਗੱਲਬਾਤ ਕਰਦੇ ਆ ਕਿ ਟਰੈਕਟਰ ਕਿਹੜਾ ਮਾਡਲ ਆ, ਇਹਨੂੰ ਕੀ ਹੋਇਆ ਵਾ ਔਰ ਕਿਹੜੇ ਕੰਮ ਤੇ ਕਿੰਨਾ ਖਰਚਾ ਆਇਆ, ਮੁਕੰਮਲ ਮਾਲੂਮਾਤ ਦਿੰਦੇ ਆ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਜੀ ਭਾਈ ਵਸੀਮ, ਕੀ ਹਾਲ ਚਾਲ ਜੀ? ਠੀਕ ਠਾਕ, ਸ਼ੁਕਰ ਅੱਲਾਹ ਦਾ। ਭਾਈ ਵਸੀਮ, ਸਭ ਤੋਂ ਪਹਿਲੇ ਤੇ ਟਰੈਕਟਰ ਦਾ ਮਾਡਲ ਦੱਸੋ, ਮਾਡਲ ਕਿਹੜਾ ਜੀ? ਟਰੈਕਟਰ ਆਇਆ ਵਾ 86 ਮਾਡਲ, 1986 ਮਾਡਲ। 480 ਕਿ 450? 480। ਅੱਛਾ, ਇਸ ਟਰੈਕਟਰ ਦੇ ਨਾਲ ਕੀ ਕੰਮ ਹੋ ਗਿਆ ਜੀ? ਇਹਦੇ ਟਾਇਰ ਵੀ ਨਵੇਂ ਪਏ ਨੇ। ਬਾਕੀ ਫਰੰਟ ਹਿੱਸੇ ਤੋਂ ਲੈ ਕੇ ਬੈਕ ਹਿੱਸੇ ਤੱਕ ਮੁਕੰਮਲ ਜਿਹੜਾ ਨਾ ਓਵਰਹਾਲਿੰਗ ਇਹਦੀ ਹੋਈ ਆ। ਸਾਰਾ ਖੋਲ ਕੇ ਦੁਬਾਰਾ ਇਹਦਾ ਜੋੜਿਆ ਸੀਗਾ ਤੇ ਹੁਣ ਇਹਨੂੰ ਤਕਰੀਬਨ 4-5 ਸਾਲ ਹੋ ਗਏ ਨੇ। ਤਕਰੀਬਨ 2020 ਦੇ ਵਿੱਚ ਤਿਆਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਅੱਜ ਹੀ ਆਏ ਨੇ ਤੇ ਇਹਨੂੰ ਆ ਲੈਕਰ ਸ਼ੈਕਰ ਕੀਤਾ ਵਾ ਤੇ ਦੁਬਾਰਾ ਇਹਦੀ ਮੇਨਟੇਨੈਂਸ ਕੀਤੀ ਹੈ। ਸਹੀ ਹੋ ਗਿਆ। ਤੇ ਕਿਸ ਤਰ੍ਹਾਂ ਰਿਹਾ ਵਾ ਇਹ ਟਰੈਕਟਰ ਤਿਆਰ ਕੀਤਾ? ਟਰੈਕਟਰ ਬਿਹਤਰੀਨ ਚੱਲਿਆ ਵਾ। ਟਰਾਲੀ ਤੇ ਚਲਾਉਂਦੇ ਰਹੇ, ਵਾਹੀ ਤੇ ਚਲਾਉਂਦੇ ਰਹੇ ਆ ਤੇ ਬਿਹਤਰੀਨ ਚੱਲਦਾ ਵਾ। 14 ਦੇ ਟਾਇਰ ਆ ਇਹਨੂੰ। ਸਹੀ। ਅੱਛਾ ਭਾਈ ਵਸੀਮ, ਅੱਜ ਇਹ ਗੱਲ ਦੱਸੋ ਕਿ ਛੋਟੇ ਟਰੈਕਟਰ 480 ਨੂੰ 14 ਦੇ ਟਾਇਰ ਪਾਉਣ ਦਾ ਕੀ ਨੁਕਸਾਨ ਆ? ਨੁਕਸਾਨ ਇਹਦਾ ਜੇ ਤੇ ਜ਼ਿਮੀਦਾਰ ਆਪ ਚਲਾਉਂਦਾ ਨਾ, ਆਪਣੀ ਵਾਹੀ ਆ ਕਿਸੇ ਦੀ, ਤੇ 13 ਦੇ ਟਾਇਰ ਤੇ ਆਮ ਜਿਹੜੇ ਬੰਦੇ ਇਸਤੇਮਾਲ ਕਰਨ ਦੇ ਜਿਹੜੇ ਚੱਲਦੇ ਵੀ ਨੇ, ਸਹੀ ਚੱਲਦੇ ਨੇ। ਤੇ ਬਾਕੀ ਇਹਨੂੰ 14 ਦੇ ਟਾਇਰ ਨੇ, ਟਰਾਲੀ ਤੇ ਵੀ ਚੱਲਦਾ ਵਾ ਤੇ ਵਾਹੀ ਤੇ ਵੀ ਚੱਲਦਾ ਵਾ ਤੇ ਬਿਹਤਰੀਨ ਆ। ਟਰਾਲੀ ਤੇ ਵੀ ਖਿਚਾਈ ਇਹਦੀ ਪੂਰੀ ਹੈ। ਇਹਦੇ ਟਾਇਰ 14 ਦੇ ਪਾਏ ਸੀਗੇ ਉਦੋਂ ਤੇ ਬਾਕੀ ਅਗਲੇ ਟਾਇਰ ਵੀ ਇਹਦੇ ਨਵੇਂ ਆ, ਪਾਵਰ ਵੀ ਇਹਨੂੰ ਲੱਗੀ ਆ। ਬਾਕੀ ਸੀਟ ਇਹਦੀ ਜੈਨਮਨ ਆ। ਬਾਕੀ ਇਹਦਾ ਫਰੰਟ ਹਿੱਸੇ ਦਾ ਕੰਮ, ਇੰਜਣ ਦਾ ਕੰਮ, ਗੇਅਰ ਦਾ, ਐਕਸਲ ਦੋਵੇਂ ਇਹਦੇ ਨਵੇਂ, ਗਰਾਰੇ ਇਹਦੇ ਪਹਿਲੇ ਹੀ ਆ। ਬਾਕੀ ਕ੍ਰੋਨ ਵੀਲ ਇਹਦਾ ਨਵਾਂ ਪਾਇਆ ਸੀਗਾ। ਬਾਕੀ ਜਿੰਨੀ ਨਿੱਕੀ ਮੋਟੀ ਸਾਰੀ ਮੇਨਟੇਨੈਂਸ A to Z ਸਾਰੀ ਜਿਹੜੀ ਉਹ। ਕ੍ਰੋਨ ਵੀਲ ਇਹਦੇ ਵਿੱਚ ਕਿੰਨੇ ਦੰਦਿਆਂ ਵਾਲਾ ਸੀ? 1247 ਦਾ। 1247 ਦਾ। ਤੇ ਵੱਡੇ ਟਾਇਰ ਪਾਉਣ ਦੇ ਨਾਲ ਟਰੈਕਟਰ ਤੇ ਕੋਈ ਲੋਡ ਆ 480 ਦੇ? ਨਹੀਂ, ਬਿਹਤਰੀਨ ਚੱਲਣ ਡਿਆ, ਕੋਈ ਲੋਡ ਨਹੀਂ ਇਹਦੇ ਉੱਤੇ। ਦਬਾ ਟਰੈਕਟਰ ਨਹੀਂ, ਕੋਈ ਨਹੀਂ। ਸਹੀ, ਕੋਈ ਨਹੀਂ ਐਡਾ ਲੋਡ। ਅੱਛਾ ਭਾਈ ਵਸੀਮ, 14 ਦੇ ਟਾਇਰਾਂ ਦਾ ਟਰੈਕਟਰ ਸੋਹਣਾ ਵੀ ਲੱਗਦਾ? 14 ਦੇ ਟਾਇਰ ਹੋਣ ਜਾਂ 13 ਦੇ ਟਾਇਰ ਹੋਣ, ਉਹਦੇ ਨਾਲ ਟਰੈਕਟਰ ਜਿਹੜਾ ਨਾ ਪਿੱਛੋਂ ਬੈਲੈਂਸ ਇਹਦਾ ਬਰਾਬਰ ਹੋ ਜਾਂਦਾ, ਸੋਹਣਾ ਲੱਗਦਾ। ਰੋਬ ਚ ਵੇਖਣਾ ਟਰੈਕਟਰ ਐ ਪੂਰਾ ਆਕੜ ਕੇ ਖੜਾ। ਤੇ ਬਾਕੀ ਜਿਹੜਾ ਹੁੰਦਾ ਵਾ 12 ਦੇ ਟਾਇਰ ਨੇ, ਉਹ ਵੈਸੇ ਹੀ ਜ਼ਿਮੀਂਦਾਰ ਉੱਤੇ ਸੀਟ ਤੇ ਬੈਠਾ ਹੋਵੇ, ਜਵਾਨ ਬੰਦਾ ਵੀ ਬੈਠਾ ਹੋਵੇ ਤੇ ਉਹ ਇਦਾਂ ਹੀ ਹੁੰਦਾ ਜਿਵੇਂ ਥੱਲੇ ਟੋਏ 'ਚ ਹੀ ਬੈਠਾ। ਟੋਏ 'ਚ ਹੀ ਬੈਠਾ। ਤੇ 13 ਦੇ ਟਾਇਰ ਹੋਣ ਤੇ ਫਸਟ ਕਲਾਸ ਸਹੀ ਕੰਮ ਦਿੰਦੇ ਨੇ ਉਹਨੂੰ। ਸਹੀ ਹੋ ਗਿਆ। ਤੇ ਇੰਜਨ ਵੀ ਕੀਤਾ ਸੀ? ਇੰਜਨ ਵੀ ਇਹਦਾ ਕੀਤਾ ਸੀਗਾ। ਵੀ ਸਾਰਾ ਹੀ ਤਕਰੀਬਨ ਜਿੰਨਾ ਪੇਂਟ ਇਹਦਾ ਦੁਬਾਰਾ ਕੀਤਾ ਸੀਗਾ। ਰਿਮਾਂ ਦਾ ਪੇਂਟ, ਸ਼ੋ ਦਾ ਪੇਂਟ, ਚੇਸੀ ਦਾ ਪੇਂਟ, ਸਾਰਾ ਹੀ ਜਿੰਨਾ ਓਵਰਆਲ। ਸ਼ੋ ਵੀ ਰੀਪੇਂਟ ਹੋਈ ਇਹਦੀ। ਅੱਛਾ, 5-6 ਸਾਲ ਚੱਲ ਗਈ ਆ? 5-6 ਸਾਲ ਚੱਲ ਗਈ, ਅਜੇ ਵੀ ਬਿਹਤਰੀਨ ਆ। ਸਹੀ ਹੋ ਗਿਆ। ਹਾਂਜੀ। ਤੇ ਆ ਥੱਲੇ ਹੁਣ ਲੈਕਰ ਮਾਰਿਆ ਵਾ? ਥੱਲੇ ਹੁਣ ਇਹਨੂੰ ਲੈਕਰ ਮਾਰਦਾ। ਕਿੰਨੇ ਚਿਰ ਬਾਅਦ? ਇਹ ਤਕਰੀਬਨ ਅੱਗੇ ਵੀ ਇਹਨੂੰ ਲੈਕਰ ਮਾਰਿਆ, ਹੁਣ 3 ਸਾਲਾਂ ਬਾਅਦ ਫੇਰ ਦੁਬਾਰਾ ਲੈਕਰ ਮਾਰਿਆ। ਇਹ ਤੁਸੀਂ ਆਪ ਹੀ ਮਾਰਿਆ ਜੀ? ਆਪ ਹੀ ਮਾਰਿਆ। ਸਹੀ। ਇਹ ਕਿਹੜੀ ਕੰਪਨੀ ਦਾ ਮਾਰਿਆ ਵਾ? ਇਹ ਨਿਪੋਨ ਕੰਪਨੀ ਦਾ ਮਾਰਿਆ। ਸਹੀ, ਨਿਪੋਨ ਕੰਪਨੀ ਦਾ। ਤੇ ਕਿੰਨੇ ਦਾ ਵੱਜ ਗਿਆ ਲੈਕਰ ਇਹਨੂੰ? ਇਹ ਤਕਰੀਬਨ ਖਰਚਾ ਸਾਡਾ ਸਮਝੋ ਕਿ ਆਪਣਾ ਹੀ ਜ਼ਾਤੀ ਟਰੈਕਟਰ ਹੀ ਕਹਿ ਲਓ ਕਿ ਆਪਣਾ ਸਾਡਾ ਹੀ ਖਰਚਾ ਆਇਆ ਜਿਹੜਾ ਉੱਥੋਂ ਲੈ ਕੇ। ਸਹੀ। ਕਿੰਨਾ ਕੁ ਆ ਗਿਆ ਖਰਚਾ ਜਿਹੜਾ? ਤਕਰੀਬਨ 7-8 ਹਜ਼ਾਰ ਰੁਪਇਆ ਲੱਗ ਗਿਆ ਇਹਦਾ ਲੈਕਰ ਲਿਆਉਂਦਾ ਤੇ ਬਾਕੀ ਕੋਈ 5-4 ਹਜ਼ਾਰ ਮਜ਼ਦੂਰੀ ਪਾ ਲਓ। ਵੈਸੇ ਤਕਰੀਬਨ 10-12 ਹਜ਼ਾਰ ਰੁਪਏ 'ਚ ਲੈਕਰ ਮਾਰ ਕੇ ਦਿੰਦੇ ਨੇ। ਸਹੀ ਹੋ ਗਿਆ। ਹਾਂਜੀ। ਲਓ ਜੀ ਦੋਸਤੋ, ਟਰੈਕਟਰ ਤਿਆਰ ਹੋਇਆ, ਦੇਖ ਸਕਦੇ ਤੁਸੀਂ। ਮਾਸ਼ਾਅੱਲਾ ਕਿੰਨੀ ਦੇਰ ਹੋ ਗਈ ਹੈ ਤਿਆਰ ਹੋਏ ਨੂੰ।
ਓਵਰਹਾਲ ਹੀ ਹੋਇਆ ਸੀ। ਤੇ ਅੱਛਾ ਟਾਇਰ ਅਗਲੇ ਇਹਨੂੰ ਕਿਹੜੀ ਕੰਪਨੀ ਦੇ ਪਾਏ ਜੇ ਹੁਣ ਨਵੇਂ ਪਾਏ ਆ? ਟਾਇਰ ਇਹਨੂੰ ਪੈਂਥਰ ਦੇ ਨੇ। ਟਾਇਰ ਇਹਨੂੰ ਹੁਣ ਹੀ ਅਗਲੇ ਫਰੰਟ ਵਾਲੇ ਜਿਹੜੇ ਹੁਣ ਪਏ ਨੇ, ਪਿਛਲੇ ਜਿਹੜੇ ਉਹ ਅੱਗੇ ਜਦੋਂ ਤਿਆਰ ਕੀਤਾ ਸੀ ਉਦੋਂ ਪਾਏ ਸੀ। ਸਹੀ ਹੈ, ਕੱਟ ਗੁੱਡੀ ਵਾਲੇ ਕੱਟ ਗੁੱਡੀ ਵਾਲੇ ਆ। ਲਓ ਜੀ ਦੋਸਤੋ, ਟਾਇਰ ਚੈੱਕ ਕਰੋ, ਟਾਇਰ ਵੀ ਅਗਲਾ ਨਵਾਂ ਪੈ ਗਿਆ ਜੇ ਤੇ ਕੱਟ ਗੁੱਡੀ ਵਾਲਾ ਜੀ, ਪੈਂਥਰ ਹਰਿਆਲੀ। ਸਹੀ ਹੋ ਗਿਆ। ਇਹ ਕਿੰਨੇ ਦੇ ਆਏ ਆ ਨਵੇਂ? ਇਹ ਹੋ ਗਿਆ ਕੋਈ ਸਾਲ ਕੁ ਹੋ ਗਿਆ ਪਾਇਆ ਨੂੰ, ਪੁਰਾਣੇ ਪਾਏ ਨੇ, ਹੁਣ ਨਹੀਂ ਪਾਏ। ਸਹੀ, ਹਾਂਜੀ ਉਦੋਂ ਤਾਂ ਆਏ ਹੋਣੇ 22-23 ਹਜ਼ਾਰ। ਹਾਂਜੀ ਇੰਨੇ ਕੁ ਦੇ ਆਏ ਸੀ। ਸਹੀ। ਅੱਛਾ ਭਾਈ ਵਸੀਮ, ਇੱਧਰ ਇੱਕ ਜੰਗਲ ਦਾ ਬਾਦਸ਼ਾਹ ਹੋਰ ਆ ਗਿਆ। ਇਹਦਾ ਵੀ ਕੰਮ ਆ, ਨਿੱਕੀ ਮੋਟੀ ਮੇਨਟੇਨੈਂਸ ਇਹਦੀ ਕਰਕੇ। ਨਿੱਕਾ ਮੋਟਾ ਕੰਮ ਆ ਇਹਦਾ? ਕੰਮ ਨਿੱਕਾ ਮੋਟਾ ਹੈ, ਜ਼ਿਮੀਂਦਾਰ ਮਾੜਾ ਹੀ ਆ ਬੰਦਾ, ਇਹਦੇ 3 ਕਿੱਲਿਆਂ ਦੀ ਵਾਹੀ ਆ ਤੇ ਛੋਟਾ ਮੋਟਾ ਹੀ ਉਹਨੇ ਕੰਮ ਕਰਾਉਣਾ ਬਸ। ਇਹਦਾ ਨਿੱਕਾ ਮੋਟਾ ਕੰਮ ਆ, ਬਾਕੀ ਇਹਦਾ ਬਾਹਰ ਹੀ ਖਲੋਤਾ ਰਿਹਾ ਵਾ ਤੇ ਹੈਗਾ ਮਾੜਾ ਹੀ ਜਾਂਦੀ ਇਹਦੀ ਵਾਹੀ ਆ ਤੇ ਆ ਬੈਟਰੀ ਵਗੈਰਾ ਇਹਦੀ ਜਿਹੜੀ ਆ ਬਾਹਰ ਹੀ ਖਲੋਤਾ ਰਹਿੰਦਾ ਵਾ ਤੇ ਇਦਾਂ ਹੀ ਕੋਈ ਮਾੜੀ ਮੋਟੀ ਵਾਹੀ ਆਪਣਾ ਬੰਦਾ ਇਹ ਕਰਦਾ। ਇਹ ਕਿੱਦਾਂ ਭਾਈ ਵਸੀਮ ਚਲਾਉਂਦੇ ਹੋਣਗੇ ਇਹਨੂੰ? ਬਸ ਮਜਬੂਰੀ ਦਾ ਨਾਂ ਸ਼ੁਕਰੀਆ, ਬੰਦਿਆਂ ਨੇ ਆਪਣੇ ਮਾਮਲਾਤ ਨੇ। ਉਹ ਇਹਦਾ 에ਅਰ ਕਲੀਨਰ ਵੀ ਆ, ਉਹ ਪਰਲਾ ਧੂਆਂ ਕੱਢਣ ਵਾਲਾ ਵੀ ਆ? ਨਹੀਂ, ਉਹਦਾ ਸਿਲੰਸਰ ਵੀ ਟੁੱਟਾ ਜੇ। ਉਹ ਵੀ ਲਾ ਦੇਣਾ ਹੁਣ ਕਿ ਨਹੀਂ? ਨਹੀਂ ਸਿਲੰਸਰ ਨਹੀਂ, ਉਹ ਇੰਨੀ ਉਹਦੀ ਕਪੈਸਿਟੀ ਨਹੀਂ ਹੈ ਕਿ ਇੰਨਾ ਖਰਚਾ ਕਰ ਲਵੇ। ਤੇ ਹੁਣ ਕੀ ਇਹਨੂੰ ਕਰੇਗਾ, ਕਿੱਦਾਂ ਇਹ ਚੱਲੂ? ਇਹ ਚੱਲਣਾ, ਇਹਦਾ ਡੀਜ਼ਲ ਪੰਪ ਦੀ ਵਜ੍ਹਾ ਤੋਂ ਖਰਾਬ ਹੋ ਗਿਆ ਸੀਗਾ, ਕੰਮ ਨਹੀਂ ਸੀ ਦਿੰਦਾ। ਹੁਣ ਡੀਜ਼ਲ ਪੰਪ ਇਹਦਾ ਕਰਾਂਗੇ, ਬਾਕੀ ਐਂਡ ਸ਼ੈਂਡ ਨੇ ਨਿੱਕਾ ਮੋਟਾ ਇਹਦਾ ਕੰਮ ਕਰਕੇ ਦੇਵਾਂਗੇ। ਸਹੀ ਹੋ ਗਿਆ। ਹਾਂਜੀ। ਤੇ ਇਧਰੋਂ ਆ ਕੀ ਹਿਸਾਬ ਆ? ਬ੍ਰੇਕਾਂ ਸ਼ਰੇਕਾਂ ਦੇਖ ਲਓ ਵੀ ਆ ਪਲੇਟਾਂ ਸ਼ਲੇਟਾਂ ਇਹਦੀਆਂ ਟੁੱਟ ਗਈਆਂ ਨੇ, ਰੱਸੀਆਂ ਰੁੱਸੀਆਂ ਵਧੀਆਂ ਨੇ, ਮਗਰਾਟ ਆ ਉਹ ਵੀ ਖਤਮ ਹੋ ਗਏ ਨੇ। ਕਿ ਜਿੱਦਾਂ ਕਹ ਲਓ ਕਿ ਟਰੈਕਟਰ ਦੇ ਹਾਲਾਤ ਨੇ ਇਦਾਂ ਹੀ ਬੰਦੇ ਦੇ ਹਾਲਾਤ ਨੇ। ਸਹੀ, ਮਾੜਾ ਵਿਚਾਰਾ ਬਹੁਤ। ਹਾਂਜੀ। ਤੇ ਆਪਣਾ ਉਹ ਪਰਲਾ ਮਰਗਾੜ ਵੀ ਕੋਈ ਨਹੀਂ। ਹਾਂਜੀ, ਬਾਕੀ ਆਪਣਾ ਗੁਜ਼ਰ ਗੁਜ਼ਾਰਾ ਹਰ ਬੰਦਾ ਜਿਸ ਤਰ੍ਹਾਂ ਇਹਦੇ ਰੁਪਈਆ 4-5 ਲੱਖ ਜੇ ਤਾਂ ਲੱਖ ਲੱਗ ਜੇ ਤਾਂ ਜਿਹਦਾ ਬਣ ਸਕਦਾ। ਹਾਂਜੀ, ਇਸ ਤਰ੍ਹਾਂ ਦਾ ਬਣ ਜਾਏਗਾ 4-5 ਲੱਖ ਚ। ਇਹ ਤਕਰੀਬਨ ਉਦੋਂ ਇਹਦੇ ਤੇ 4.5 ਲੱਖ ਰੁਪਇਆ ਖਰਚਾ ਆਇਆ ਸੀ 2020 ਦੇ ਵਿੱਚ। 4.5 ਲੱਖ ਟਾਇਰਾਂ ਸਮੇਤ? ਟਾਇਰਾਂ ਸਮੇਤ ਉਦੋਂ ਇੰਨਾ ਖਰਚਾ ਆਇਆ। ਹੁਣ ਤਾਂ ਭਾਈ ਟਾਇਰਾਂ ਤੋਂ ਬਗੈਰ ਬਹੁਤਾ ਆ ਜਾਣਾ ਖਰਚਾ। ਹਾਂਜੀ, ਹੁਣ ਤਕਰੀਬਨ ਹੁਣ ਦੀ ਰੇਂਜ ਦਾ ਹਿਸਾਬ ਲਾਈਏ ਤਕਰੀਬਨ 6 ਤੋਂ 7 ਲੱਖ ਰੁਪਇਆ ਖਰਚਾ ਆ ਜਾਣਾ, ਜੇ ਹਿਸਾਬ ਨਾਲ ਉਦੋਂ ਇਹਦਾ ਕੰਮ ਹੋਇਆ ਸੀ। ਸਹੀ, ਕੰਮ ਹੀ ਚੰਗਾ ਹੋਇਆ ਸੀ ਇੰਨੀ ਦੇਰ ਤੱਕ, ਇਹ ਤੇ ਚੱਲ ਗਈ ਸ਼ੋਅ ਹਲੇ ਉਂਝ ਦੀ ਉਂਝ ਹੀ ਆ। ਹਾਂਜੀ। ਅੱਛਾ ਭਾਈ ਵਸੀਮ, ਇੱਧਰ ਇੱਕ ਖੜਾ ਜੇ 640 ਕੋ ਪੁਰਾਣਾ ਮਾਡਲ ਹੀ, ਇਹਨੂੰ ਕੀ ਮਰਜਾ? ਇਹ ਵੀ ਪੁਰਾਣਾ ਹੀ ਮਾਡਲ ਆ, ਇਹਦੀ ਸ਼ੋਅ ਜਿਹੜੀ ਆ ਦੁਬਾਰਾ ਉਹਨਾਂ ਨਵੀਂ ਪਾਈ ਆ। ਤੇ ਬਾਕੀ ਇਹਦਾ ਫਰੰਟ ਹਿੱਸੇ ਦਾ ਕੰਮ ਆ, ਉਸ ਤੋਂ ਪਿੱਛੇ ਇਹਦਾ ਇੱਕ ਗਰਾਰਾ ਖਰਾਬ ਆ, ਉਹਦਾ ਕੰਮ ਆ, ਹਾਂਡੀ ਦਾ, ਬ੍ਰੇਕਾਂ ਦਾ ਕੰਮ ਆ, ਕਲੱਚ ਦਾ ਕੰਮ ਆ ਇਹਦਾ। ਸਹੀ। ਤੇ ਉਸ ਤੋਂ ਅੱਗੇ ਇੱਧਰ ਆ ਜਾਓ, ਜਿਹੜਾ ਮੇਨ ਮੁੱਦਾ ਵਾ, ਜਿਹੜਾ ਧਰਤੀ ਧੱਕ ਟਰੈਕਟਰ ਤਿਆਰ ਹੋ ਰਿਹਾ, ਇਹਦੀ ਕਿੱਥੋਂ ਤਾਈਂ ਕੰਮ ਪਹੁੰਚ ਗਿਆ? ਇਹਦਾ ਤਕਰੀਬਨ ਕੰਮ ਜਿਹੜਾ ਆ ਨਾ ਕਾਫੀ ਸਾਰਾ ਕਲੋਜ਼ ਹੋ ਗਿਆ ਵਾ, ਇੰਜਨ ਵਗੈਰਾ ਦੀ ਫਿਟਿੰਗ ਹੋ ਗਈ ਆ। ਅੱਛਾ, ਇਹਦੇ ਚੱਕਰਾਂ ਵਾਲਾ ਸਿਸਟਮ ਹੋ ਗਿਆ? ਹਾਂਜੀ, ਚੱਕਰਾਂ ਵਾਲਾ ਸਿਸਟਮ ਹੋ ਗਿਆ। ਪਾਤੀਆਂ ਗਰਾਰੀਆਂ ਗਰਾਰੀਆਂ ਇਹਦੀ ਪਲੇਟ ਕੱਸਣ ਵਾਲੀ, ਬਾਕੀ ਗਰਾਰੀਆਂ ਇਹਦੀਆਂ ਫਿਟਿੰਗ ਹੋ ਗਈਆਂ ਨੇ। 1000 ਚੱਕਰ ਕਰ ਗਿਆ? 1000 ਚੱਕਰ ਇਹਦੀ 2347 ਦੀਆਂ ਗਰਾਰੀਆਂ ਪਾਈਆਂ ਨੇ। ਉਹ ਕਿੱਥੋਂ ਲੈਂਦੀਆਂ ਏਡੀਆਂ ਉਹ ਬਸ ਬਣਵਾ ਕੇ ਪਾਈਆਂ ਨੇ। ਸਹੀ ਆ। ਹਾਂਜੀ। ਤੇ ਇੰਜਨ ਫਿੱਟ ਹੋ ਗਿਆ ਵਾ? ਇੰਜਨ ਮੁਕੰਮਲ ਇਹਦਾ ਫਿੱਟ ਹੋ ਗਿਆ ਵਾ। ਹੁਣ ਉਸ ਤੋਂ ਬਾਅਦ ਇਹਦੀ ਪਾਵਰ ਦੀ ਲੰਬਾਈ ਜ਼ਿਆਦਾ ਹੋਏਗੀ, ਹੰਡਾਲਕ ਪੈਪ ਥੱਲੇ ਵਾਲੇ ਦੀ ਲੰਬਾਈ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਜਿਹੜਾ ਉਤਲਾ ਪੈਪ ਹੋਏਗਾ ਛੋਟਾ, ਉਹ ਟਰਾਲੀ ਵਾਲੇ ਟੀਆਂ ਬਣਾ ਕੇ ਆਪ ਆਰਟੀਸ਼ਨ ਕਰਕੇ ਲਾਵਾਂਗੇ। ਸਹੀ ਭਾਈ ਵਸੀਮ, ਇਹਨਾਂ ਬਹੁਤ ਆਰਟੀਸ਼ਨ ਨਹੀਂ ਹੋਏ ਲੰਮੀ ਚੌੜੀ? ਇਹਦਾ ਕੋਈ ਵੀ ਆਰਟੀਸ਼ਨ ਆ, ਫਿਰ ਮਿਹਨਤ ਤੇ ਕਰਨੀ ਪੈਂਦੀ ਹੈ ਇਹਦੇ ਤੇ। ਹਜੇ ਬਹੁਤ ਸਾਰਾ ਟਾਈਮ ਲੱਗ ਜਾਣਾ। ਹਜੇ 에ਅਰ ਕਲਿੰਡਰ ਹਜੇ ਜਿਹੜਾ ਇਗਲਟ ਵਾਲਾ ਇਹਦਾ ਉਹ ਪਿੱਛੇ ਆਉਂਦਾ ਵਾ, ਉਹਨੂੰ ਅੱਗੇ ਲੈ ਕੇ ਜਾਵਾਂਗੇ। ਸਹੀ। ਟਰੈਕਟਰ ਦੀ ਫਿਟਿੰਗ ਚ ਇਹਨੂੰ ਕਰਾਂਗੇ। ਸਹੀ ਭਾਈ ਵਸੀਮ, ਇੱਕ ਆਰਟੀਸ਼ਨ ਮੇਰੇ ਕਹਿਣ ਤੇ ਵੀ ਕਰਨੀ, ਇਹਨੂੰ ਸਲੰਸਰ ਰੂਸੀ ਦਾ ਲਾਉਣਾ ਹੀ ਹੋ। ਦੇਖੋ ਕੋਸ਼ਿਸ਼ ਕਰਾਂਗੇ, ਸਾਊਂਡ ਦਬੰਗ ਦਾ ਸਲੈਂਸਰ ਇਹਨੂੰ ਲਾ ਕੇ ਚੈੱਕ ਕਰਾਂਗੇ। ਨਹੀਂ, ਰੂਸੀ ਦਾ ਵੀ ਲਾ ਕੇ ਚੈੱਕ ਕਰਾਂਗੇ, ਜਿਹਦੇ ਨਾਲ ਸਾਊਂਡ ਬਿਹਤਰੀਨ ਨਿਕਲਿਆ ਉਹੀ ਅਸੀਂ ਸਲੈਂਸਰ ਫਿਟਿੰਗ ਕਰ ਦੇਣਾ। ਬਾਕੀ ਰੂਸੀ ਦਾ ਸਲੈਂਸਰ ਜਿਹੜਾ ਉਹਦੀ ਢੋਲਕੀ ਵੱਡੀ ਹੁੰਦੀ ਆ, ਜਾਲੀ ਉਹਦੀ ਵੱਡੀ ਹੁੰਦੀ ਆ, ਤੇ ਉਹ ਇੰਜਨ ਵੀ ਤਾਂ ਵੱਡਾ ਨਾ 6 ਇੰਜਨ ਵੱਡਾ, ਉਹਦੇ ਵਾਸਤੇ ਬਿਹਤਰੀਨ। ਸਹੀ। ਹਾਲਾ ਇਹ ਕਾਫੀ ਆਰਟੀਸ਼ਨ ਇਹਦੇ ਨਾਲ ਹੋਣੀ ਆ। ਹਾਂਜੀ। ਤੇ ਬਾਕੀ ਇਹ ਆ ਕਿ ਜਿਹੜਾ ਗਰਮੀ ਦਾ ਤਲਕ ਹੁੰਦਾ ਸਲੈਂਸਰ ਦੇ ਨਾਲ ਵੀ ਬਹੁਤ ਜ਼ਿਆਦਾ ਹੁੰਦਾ ਵਾ। ਸਲੈਂਸਰ ਜਿਹੜਾ ਆ ਨਾ, ਉਹ ਮਸਲਨ ਧੂਆਂ ਬਾਹਰ ਨਾ ਕੱਢੇ ਪੂਰਾ, ਤੇ ਤਾਂ ਵੀ ਇਹ ਸਲੈਂਸਰ ਬੰਦ ਹੋਵੇ ਜਾਂ ਜਾਲੀ ਖਰਾਬ ਹੋਵੇ ਤੇ ਤਾਂ ਵੀ ਟਰੈਕਟਰ ਹੀਟ ਅਪ ਹੁੰਦਾ। ਅੱਛਾ। ਹਾਂਜੀ। ਲਓ ਜੀ ਦੋਸਤੋ, ਇਹ ਵੀ ਪਤੇ ਦੀ ਗੱਲ ਦੱਸੀ ਅੱਜ, ਤੇ ਅੱਗੇ ਕਿਉਂ ਨਹੀਂ ਗੱਲ ਦੱਸੀ? ਬਸ ਜਿਸ ਤਰ੍ਹਾਂ ਕਹਿ ਲਓ ਕਿ ਬੰਦੇ ਦਾ ਤਜਰਬਾ ਹੁੰਦਾ ਵਾ, ਜਿਸ ਤਰ੍ਹਾਂ ਕੰਮ ਬੰਦਾ ਕਰਦਾ ਵਾ, ਤੇ ਹਰ ਚੀਜ਼ ਦਾ ਫਿਰ ਪਤਾ ਲੱਗਦਾ। ਉਸੇ ਤਰ੍ਹਾਂ ਦੋਸਤਾਂ ਨੂੰ ਅੱਗੇ ਅਗਾਹੀ ਦੇਈ ਜਾਵਾਂਗੇ। ਅੱਛਾ ਭਾਈ ਵਸੀਮ, ਇਹ ਤਜਰਬਾ ਦੇ ਵਿੱਚ ਗੱਲ ਕਿੱਦਾਂ ਆਈ ਆ ਕਿ ਸਲੈਂਸਰ ਅਗਰ ਬੰਦ ਹੋਵੇ, ਮਾੜਾ ਹੋਵੇ, ਜਾਂ ਢੋਲਕੀ ਬੰਦ ਹੋਵੇ, ਟਰੈਕਟਰ ਗਰਮ ਵੀ ਹੋ ਜਾਂਦਾ? ਇਹਦੇ ਵਿੱਚ ਇਹ ਹੁੰਦਾ ਕਿ ਇਹ ਇੰਜਨ ਹੈਗਾ ਵੱਡਾ ਵਾ, 6 ਸਿਲੰਡਰ ਆ। ਤੇ ਬਾਕੀ ਜਿਹੜਾ ਨਾ ਇਹ ਵਾਲਾ ਸਾਹਿਬ ਨੇ ਸਾਨੂੰ ਦੱਸਿਆ ਸੀਗਾ, ਉਹਨਾਂ ਦੇ ਨਾਲੇ ਦੇ ਵਿੱਚ ਹੀ ਇੱਕ ਟਰੈਕਟਰ ਗਰਮ ਹੁੰਦਾ ਸੀ, ਤੇ ਉਹ ਦੱਸਦੇ ਸੀ ਕਿ
ਸਲੈਂਸਰ ਦੇ ਹੀ ਚੇਂਜ ਕੀਤਾ ਸੀਗਾ ਤੇ ਸਲੈਂਸਰ ਦੀ ਮੁੜ ਕੇ ਚੇਂਜ ਕੀਤਾ ਤੇ ਟਰੈਕਟਰ ਹੀਟ ਅਪ ਹੋਣੋਂ ਹਟ ਗਿਆ ਸੀਗਾ। ਸਹੀ, ਇੰਜ ਦੇ ਮਸਲੇ ਵੀ ਆ ਜਾਂਦੇ। ਹਾਂਜੀ, ਬਾਕੀ ਇਹਦਾ 에ਅਰ ਕਲਿੰਡਰ ਵਗੈਰਾ ਜਿਹੜਾ ਉਹ ਵੀ ਜਿਹੜਾ ਵੱਡਾ ਲਾਵਾਂਗੇ, ਸਹੀ, ਇਹ 에ਅਰ ਕਲਿੰਡਰ ਲਾ ਦੇਵਾਂਗੇ। ਸਹੀ। ਤੇ ਇਹ ਜਿਹੜਾ ਰੈਡੀਏਟਰ ਦਾ ਕੀ ਬਣੂਗਾ? ਰੈਡੀਏਟਰ ਛੋਟਾ ਨਹੀਂ? ਰੈਡੀਏਟਰ ਦੀ ਕੋਸ਼ਿਸ਼ ਕਰਾਂਗੇ ਕਿ ਜੇ ਤੇ ਚੱਲਿਆ ਇਹਨੂੰ ਫੀਲਡ 'ਚ ਖੜਾਂਗੇ, ਇਹਦਾ ਪੇਂਟ ਵਗੈਰਾ ਵੀ ਹੋਣਾ ਵਾ, ਸਾਰਾ ਰਿਮ ਪੇਂਟ ਹੋਣੇ ਨੇ, ਵੇਟ ਲੱਗਣੇ ਨੇ, ਟਾਇਰ ਇਹਦੇ ਨਵੇਂ ਪੈਣੇ ਨੇ ਤੇ ਰੀਪੇਂਟ ਮੁਕੰਮਲ ਸਾਰਾ ਓਵਰਹਾਲ ਹੋਏਗਾ, ਇਹਦੀ ਸ਼ੋਅ ਵੀ ਲੰਬੀ ਹੋਏਗੀ। ਬਾਕੀ ਕੋਸ਼ਿਸ਼ ਕਰਾਂਗੇ ਇਹਨੂੰ ਪਹਿਲੋਂ ਰੀਪੇਂਟ ਕਰਨ ਤੋਂ ਪਹਿਲਾਂ ਇਹਦੀ ਟੈਸਟਿੰਗ ਕਰਾਂਗੇ, ਫੀਲਡ 'ਚ ਜਾ ਕੇ ਟੈਸਟਿੰਗ ਕਰਾਂਗੇ ਤੇ ਫਿਰ ਜਿਹੜੇ ਵੀ ਇਹਦੇ ਮਾਮਲਾਤ ਹੋਏ ਫਿਰ ਉਸੇ ਹਿਸਾਬ ਨਾਲ ਚੱਲਾਂਗੇ। ਸਹੀ। ਹਾਂਜੀ, ਉਸ ਤੋਂ ਇਲਾਵਾ ਆਪਣਾ ਕੋਈ ਛੱਤਾਂ ਵੀ ਹੁੰਦੀਆਂ ਹਰ ਕਿਸਮ ਦੀਆਂ? ਆਪਣੇ ਕੋਲ ਛੱਤਾਂ ਪਈਆਂ ਨੇ, ਮੈਸੀ ਦੀਆਂ ਪਈਆਂ ਨੇ, ਫੀਅਰ ਦੀਆਂ ਪਈਆਂ ਨੇ। ਸਹੀ ਹੋ ਗਿਆ। ਹਾਂਜੀ, ਬਾਕੀ ਕੋਈ ਆਪਣਾ ਰਾਬਤਾ ਨੰਬਰ ਕਿਸੇ ਨੇ ਕੋਈ ਮਾਲੂਮਾਤ ਲੈਣੀ ਹੋਵੇ ਤੇ? ਨੰਬਰ 0346 1200 ਪੂਰਾ 892 0305 91 48 372। ਮਕਰਮ ਟਰੈਕਟਰ ਵਰਕਸ਼ਾਪ ਸ਼ਾਹਕੋਟ।